सत श्री अकाल दोस्तों, मैं पूजा संधू एक बार फिर तो स्वागत है जी प्रोग्राम दिमाग दी बत्ती जगाओ। मैनू पता है कि तुसीं इस प्रोग्राम का बड़ी ही बेसब्री दे नाल इंतजार करते हो क्योंकि हर वार मैं कुछ ना कुछ नवा लैके आउंदी हां जिस दे नाल तुहाडी नॉलेज विच वाधा हुंदा है ते जिस दे नाल तुहानू अपने आले दुआले इदां दीयां गल्लां दा पता लगदा है जो कि आस-पास हो तां रहीआं हुंदियां ने पर असीं कदे उस दे वल गौर ही नहीं करते। सो अज भी अगले एपीसोड नू लैके मैं तुहाडे सामने आ गई हां ते अज असीं बहुत सारियां होर गल्लां करांगे। जिद्दां कि तुसीं कदे ਇਹ ਸੋਚਿਆ ਹੈ ਕਿ ਜਦੋਂ ਵੀ ਤੁਸੀਂ ਬਿਜਲੀ ਦੇ ਖੰਭਿਆਂ ਨੂੰ ਦੇਖਦੇ ਹੋ ਤਾਂ ਉੱਥੇ ਕੁਝ ਤਾਰਾਂ ਲਟਕ ਰਹੀਆਂ ਹੁੰਦੀਆਂ ਨੇ ਤੇ ਉਹ ਤਾਰਾਂ ਕਿਉਂ ਲਟਕ ਰਹੀਆਂ ਹੁੰਦੀਆਂ ਨੇ ਇਹਦੇ ਬਾਰੇ ਕਦੀ ਧਿਆਨ ਦਿੱਤਾ नहीं दिता ना, कोई गल नहीं, असीं अपने एपीसोड दे विच तुहानूं इस दे बारे जानकारी देवांगे ते नाल ही नाल जिहड़ी घड़ी तुसीं हमेशा देखदे हो, पहनदे हो ते सामने अपने घरां दे विच लगा के रखदे हो कि कदी वो सोचिया है कि भी ਉਹ घड़ी ਦਾ आविष्कार किद्दां होया, ਇਹ टाइम जोन किद्दां बनिया, ਇਹ भी नहीं सोचा। चलो कोई गल नहीं, ਇਹ भी ਆਪਾਂ अपने प्रोग्राम ਦੇ ਵਿੱਚ ਦੱਸ ਦਾਂਗੇ ਤੇ ਜਾਣਕਾਰੀ ਵਾਲੇ ਪੜਾਅ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਐਸੇ ਇਨਸਾਨ ਦੀ ਜੋ ਇੱਕ ਨਹੀਂ ਦੋ ਨਹੀਂ ਬਲਕਿ ਕਿੰਨੇ ਸਾਰੇ ਕੰਮਾਂ ਦੇ ਵਿੱਚ ਮਹਾਰਤ ਹਾਸਲ ਕਰੀ ਬੈਠਾ ਹੋਇਆ ਸੀ। ਸੋ ਜੀ ਇੱਕ ਮਹਾਨ ਸਾਇੰਟਿਸਟ ਵੀ ਕਹਿ ਸਕਦੇ ਹਾਂ ਆਪਾਂ ਉਹਨਾਂ ਨੂੰ ਤੇ ਆਪਾਂ ਗੱਲ ਕਰਾਂਗੇ ਉਹਨਾਂ ਦੇ ਬਾਰੇ ਸਾਡੇ ਜਾਣਕਾਰੀ ਦੇ ਪੜਾਅ ਦੇ ਵਿੱਚ। ਤੇ ਹੁਣ ਮੈਂ ਤੁਹਾਨੂੰ ਸਾਰਾ ਕੁਝ ਨਹੀਂ ਦੱਸਣਾ, ਜੇ ਮੈਂ ਹੁਣੇ ਦੱਸ ਦਾਂਗੀ ਤਾਂ ਫਿਰ ਤੁਸੀਂ ਪ੍ਰੋਗਰਾਮ ਨਹੀਂ ਦੇਖੋਗੇ ਨਾ। ਸੋ ਚਲੋ ਵੱਧਦੇ ਹਾਂ ਹੁਣ ਬਿਨਾਂ ਕਿਸੇ ਦੇਰੀ ਤੋਂ ਸਾਡੇ ਪਹਿਲੇ ਪੜਾਅ ਮਤਲਬ ਕਿ ਫੈਕਟ ਵੱਲ। ਵਧਦੇ ਹਾਂ ਜੀ ਸਾਡੇ ਪਹਿਲੇ ਫੈਕਟ ਦੇ ਵੱਲ। ਤੁਸੀਂ ਵੀ ਦੇਖਿਆ ਹੋਵੇਗਾ ਕਿ ਬਿਜਲੀ ਦੇ ਖੰਭਿਆਂ ਦੇ ਵਿੱਚ ਤਾਰਾਂ ਹਮੇਸ਼ਾ ਝੂਲਦੀਆਂ ਹੋਈ ਦਿਖਾਈ ਦਿੰਦੀਆਂ ਹਨ ਤੇ ਕੁਝ ਲੋਕ ਇਹ ਸੋਚਦੇ ਨੇ ਕਿ ਇਹਨਾਂ ਤਾਰਾਂ ਨੂੰ ਕੱਸ ਕੇ ਕਿਉਂ ਨਹੀਂ ਬੰਨਿਆ ਜਾਂਦਾ, ਇਹ ਝੂਲਦੀਆਂ ਕਿਉਂ ਰਹਿੰਦੀਆਂ ਹਨ। ਤੁਹਾਡੀ ਜਾਣਕਾਰੀ ਦੇ ਲਈ ਇਹ ਦੱਸ ਦਵਾਂ ਕਿ ਬਿਜਲੀ ਦੇ ਦੋ ਖੰਭਿਆਂ ਦੇ ਵਿੱਚ ਦੀਆਂ ਤਾਰਾਂ ਨੂੰ ਵੈਸੇ ਤਾਂ ਕੱਸ ਕੇ ਹੀ ਬੰਨਿਆ ਜਾਂਦਾ ਹੈ ਪਰ ਇਹ ਬਿਜਲੀ ਦੀਆਂ ਤਾਰਾਂ ਇਸ ਦੇ ਵਜਨ ਦੇ ਕਾਰਨ ਝੂਲਦੀਆਂ ਹੋਈਆਂ ਦਿਖਾਈ ਦਿੰਦੀਆਂ ਨੇ ਤੇ ਜੇ ਇਹਨਾਂ ਤਾਰਾਂ ਨੂੰ ਹੋਰ ਜ਼ਿਆਦਾ ਟਾਈਟ ਕਰ ਦਿੱਤਾ ਜਾਵੇ ਤਾਂ ਇਹ ਟੁੱਟ ਵੀ ਸਕਦੀਆਂ ਨੇ। ਸੋ ਇਸ ਤੋਂ ਇਲਾਵਾ ਇਸ ਦੇ ਨਾਲ ਜੁੜਿਆ ਹੋਇਆ ਇੱਕ ਹੋਰ ਕਾਰਨ ਹੈ ਜਿਸ ਦੇ ਮੁਤਾਬਿਕ ਸਰਦੀਆਂ ਦੇ ਵਿੱਚ ਜਦੋਂ ਤਾਪਮਾਨ ਥੱਲੇ ਚਲਾ ਜਾਂਦਾ ਹੈ ਉਸ ਸਮੇਂ ਧਾਤੂ ਦੀ ਇਹ ਤਾਰ ਜੋ ਆਮ ਤੌਰ ਤੇ ਐਲੂਮੀਨੀਅਮ ਤੇ ਸਟੀਲ ਦੇ ਨਾਲ ਬਣਦੀਆਂ ਹਨ ਤਾਪਮਾਨ ਦੇ ਵਿੱਚ ਆਈ ਗਿਰਾਵਟ ਦੇ ਕਾਰਨ ਇਹ ਸੁੱਕੜ ਜਾਂਦੀਆਂ ਨੇ ਤੇ ਇਸ ਸਿਧਾਂਤ ਨੂੰ ਸਾਇੰਸ ਦੀ ਭਾਸ਼ਾ ਦੇ ਵਿੱਚ ਥਰਮਲ ਕੰਟਰੈਕਸ਼ਨ ਕਹਿੰਦੇ ਹਨ। ਤੇ ਇਸ ਸਥਿਤੀ ਦੇ ਵਿੱਚ ਜੇ ਤਾਰ ਜ਼ਿਆਦਾ ਕੱਸ ਕੇ ਬੰਨੀ ਹੋਵੇਗੀ ਤਾਂ ਮੁਮਕਿਨ ਹੈ ਤਾਰਾਂ ਟੁੱਟ ਜਾਣਗੀਆਂ ਕਿਉਂਕਿ ਟਰਾਂਸਮਿਸ਼ਨ ਲਾਈਨ ਸੈਂਕੜੋਂ ਕਿਲੋਮੀਟਰ ਲੰਬੀ ਹੁੰਦੀ ਹੈ। ਸੋ ਇਸ ਲਈ ਇਸ ਨਾਲ ਭਾਰੀ ਨੁਕਸਾਨ ਵੀ ਹੋ ਸਕਦਾ ਹੈ। ਇਸੇ ਪ੍ਰਵਾਹ ਨੂੰ ਕੱਟ ਕਰਨ ਦੇ ਲਈ ਤਾਰਾਂ ਨੂੰ ਥੋੜਾ ਲਮਕਾਇਆ ਜਾਂਦਾ ਹੈ ਮਤਲਬ ਕਿ ਢਿੱਲੀਆਂ ਬੰਨਿਆ ਜਾਂਦਾ ਹੈ। ਨਾਲ ਹੀ ਦੋ ਖੰਭਿਆਂ ਦੇ ਵਿੱਚ ਉਹਨਾਂ ਦੇ ਲੈਵਲ ਦੇ ਥੱਲੇ ਜਿੰਨਾ ਤਾਰ ਨੂੰ ਲਟਕਾਇਆ ਜਾਂਦਾ ਹੈ ਉਸ ਨੂੰ ਸੈਗ ਕਹਿੰਦੇ ਹਨ। ਇਲੈਕਟ੍ਰੋਨਿਕ ਇੰਜੀਨੀਅਰ ਇਸ ਸੈਗ ਦੀ ਵੈਲਿਊ ਇੰਨੀ ਕੁ ਰੱਖਦੇ ਨੇ ਕਿ ਤਾਰ ਆਪਣਾ ਵਜ਼ਨ ਤੇ ਖੰਭਿਆਂ ਦਾ ਜ਼ੋਰ ਦੋਨੋਂ ਸਹਿ ਸਕੇ ਤੇ ਇਸ ਕਰਕੇ ਸਾਨੂੰ ਇਹ ਤਾਰਾਂ ਝੂਲਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਹੁਣ ਲੱਗਾ ਨਾ ਪਤਾ ਕਿ ਖੰਭਿਆਂ ਤੇ ਤਾਰਾਂ ਝੂਲਦੀਆਂ ਕਿਉਂ ਨਜ਼ਰ ਆਉਂਦੀਆਂ ਨੇ। ਗੱਲ ਕਰਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਬਾਰੇ। ਹਜ਼ਾਰਾਂ ਸਾਲ ਪਹਿਲਾਂ ਘੜੀ ਦੀ ਜ਼ਰੂਰਤ ਕਿਸੇ ਨੂੰ ਵੀ ਨਹੀਂ ਸੀ। ਮੁਰਗੇ ਦੀ ਬਾਂਗ ਤੇ ਸੂਰਜ ਦੇ ਨਿਕਲਣ ਦੇ ਨਾਲ ਲੋਕ ਆਪਣਾ ਦਿਨ ਸ਼ੁਰੂ ਕਰਦੇ ਸੀ ਤੇ ਸ਼ਾਮ ਤੱਕ ਕੰਮ ਕਰਦੇ ਤੇ ਰਾਤ ਨੂੰ ਆਰਾਮ ਕਰਦੇ ਸੀ ਕਿਉਂਕਿ ਕੋਈ ਵੀ ਨਹੀਂ ਪੁੱਛਦਾ ਸੀ ਵੀ ਕਿ ਕਿੰਨਾ ਟਾਈਮ ਹੋਇਆ ਕਿਉਂਕਿ ਉਸ ਵੇਲੇ ਘੜੀਆਂ ਹੁੰਦੀਆਂ ਹੀ ਨਹੀਂ ਸੀ। ਵਾਟਰ ਕਲੌਕ ਤੇ ਸੈਡ ਕਲੌਕ ਕਿਸੇ ਟਾਈਮ ਫਲੇਮ ਨੂੰ ਤਾਂ ਮਾਪ ਸਕਦੇ ਸੀ ਪਰ ਐਗਜ਼ੈਕਟ ਟਾਈਮ ਨਹੀਂ ਬਤਾ ਸਕਦੇ ਸੀ। ਫਿਰ ਦੁਨੀਆ ਦੇ ਵਿੱਚ ਆਈ ਮਾਡਰਨ ਡੇ ਕਲੌਕ ਜਿਨ੍ਹਾਂ ਨੇ ਸਭ ਨੂੰ ਇੱਕ ਯੂਨੀਵਰਸਲ ਟਾਈਮ ਦਿੱਤਾ। ਵੈਸੇ ਤਾਂ ਇਸ ਦੀ ਡਿਵੈਲਪਮੈਂਟ ਦੇ ਵਿੱਚ ਕਈ ਲੋਕਾਂ ਨੇ ਕੰਮ ਕੀਤਾ ਸੀ ਪਰ ਇਸ ਦਾ ਸਭ ਤੋਂ ਜ਼ਿਆਦਾ ਸ਼੍ਰੈ ਦਿੱਤਾ ਜਾਂਦਾ ਹੈ ਜਰਮਨੀ ਪੀਟਰ ਹੈਨਲਿਨ ਨੂੰ। ਉਹਨਾਂ ਨੇ ਹੀ ਮਕੈਨੀਕਲ ਵਾਚਸ ਦੀ ਇੱਕ ਇੰਡਸਟਰੀ ਬਣਾਈ ਜੋ ਅੱਜ ਦੁਨੀਆ ਦੇ ਵਿੱਚ ਖਰਬਾਂ ਰੁਪਏ ਦਾ ਬਿਜ਼ਨਸ ਬਣ ਚੁੱਕੀ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਘੜੀ ਦੇ ਨਾਲ ਟਾਈਮ ਕਿੱਦਾਂ ਮਿਲਾਇਆ ਗਿਆ ਹੋਵੇਗਾ। ਇਸ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਹੋਵੇਗਾ ਕਿ ਟਾਈਮ ਕੋਈ ਨੈਚੁਰਲ ਜਾਂ ਆਬਜੈਕਟਿਵ ਚੀਜ਼ ਨਹੀਂ ਹੈ, ਇਹ ਹਮੇਸ਼ਾ ਰਿਲੇਟਿਵ ਹੁੰਦੀ ਹੈ। ਮਤਲਬ ਅਸੀਂ ਪ੍ਰਿਥਵੀ ਦੇ ਕਿਤੇ ਵੀ ਜਾਂ ਕਿਸੇ ਵੀ ਜਗ੍ਹਾ ਤੇ ਹਾਂ ਟਾਈਮ ਉਸ ਤੇ ਨਿਰਭਰ ਕਰਦਾ ਹੈ। ਮਤਲਬ ਕਿ 19ਵੀਂ ਸਦੀ ਦੀ ਸ਼ੁਰੂਆਤ ਵਿੱਚ ਟਾਈਮ ਕੀਪਿੰਗ ਇੱਕ ਝਮੇਲੇ ਵਾਲਾ ਸੌਦਾ ਹੁੰਦਾ ਸੀ। ਇਕੱਲੇ ਅਮਰੀਕਨ ਰੇਲਵੇਜ਼ ਲਗਭਗ 75 ਅਲੱਗ-ਅਲੱਗ ਟਾਈਮ ਜ਼ੋਨ ਨੂੰ ਫੋਲੋ ਕਰਦੇ ਸੀ। ਸੋ ਰਸ਼ੀਆ ਯੂਰਪ ਤੋਂ 13 ਦਿਨ ਪਿੱਛੇ ਚੱਲਦਾ ਸੀ। ਫਿਰ ਇੱਕ ਸ਼ਖਸ ਨੇ ਦੁਨੀਆ ਨੂੰ ਪੂਰੀ ਸਿਸਟਮੈਟਿਕ ਟਾਈਮ ਜ਼ੋਨ ਵਿੱਚ ਵੰਡਣ ਦਾ ਵਿਜ਼ਨ ਦੇਖਿਆ। ਉਸ ਦਾ ਨਾਮ ਸੀ ਜੀ ਸੈਨਫੋਰਡ ਫਲੇਮਿੰਗ ਜੋ ਇੱਕ ਸਕਾਟਿਸ਼ ਕੈਨੇਡੀਅਨ ਇੰਜੀਨੀਅਰ ਸੀ। 1984 ਵਿੱਚ ਅਮਰੀਕਾ ਵਿੱਚ ਪ੍ਰਾਈਮ ਮਰੀਡੀਅਨ ਕਾਨਫਰੰਸ ਹੋਈ ਜਿਸ ਦੇ ਵਿੱਚ ਪੂਰੀ ਦੁਨੀਆ ਨੂੰ 24 ਅਲੱਗ
अलग-अलग टाइम जोन ਦੇ ਵਿੱਚ ਵੰਡਿਆ ਗਿਆ। ਰੈਫਰੈਂਸ ਦੇ ਲਈ ਇੰਗਲੈਂਡ ਦੇ ਗ੍ਰੀਨਵਿਚ ਨੂੰ 0 ਦਿੱਤਾ ਗਿਆ, ਟਾਈਮ ਜਿਸ ਦੇ 12 ਘੰਟੇ ਅੱਗੇ ਜਾਂ ਫਿਰ ਪਿੱਛੇ ਹੋ ਸਕਦਾ ਸੀ। ਅੱਜ ਅਸੀਂ ਇਸੇ ਟਾਈਮ ਜ਼ੋਨ ਨੂੰ ਫੋਲੋ ਕਰ ਰਹੇ ਹਾਂ ਤੇ ਗ੍ਰੀਨਵਿਚ ਮੇਨ ਟਾਈਮ ਦੇ 5.5 ਘੰਟੇ ਦੇ ਅੱਗੇ ਦੇ ਸਮੇਂ ਨੂੰ ਆਪਣਾ ਟਾਈਮ ਮੰਨਦੇ ਨੇ। ਸੋ ਇਸ ਲਈ ਸਭ ਤੋਂ ਪਹਿਲੀ ਘੜੀ ਕਿੱਦਾਂ ਸੈੱਟ ਕੀਤੀ ਗਈ ਹੋਵੇਗੀ ਇਸ ਦੇ ਕੋਈ ਮਾਇਨੇ ਨਹੀਂ, ਕਿਉਂਕਿ ਉਦੋਂ ਘੜੀ ਬਣਾਉਣ ਵਾਲੇ ਦੇ ਕੋਲ ਕੋਈ ਰੈਫਰੈਂਸ ਹੀ ਨਹੀਂ ਸੀ ਤੇ ਉਹ ਆਪਣੇ ਮਨ ਮੁਤਾਬਿਕ ਇਸ ਘੜੀ ਨੂੰ ਸੈੱਟ ਕਰ ਸਕਦਾ ਸੀ। ਗੱਲ ਕਰਦੇ ਹਾਂ ਜੀ ਹੁਣ ਅਗਲੇ ਫੈਕਟ ਦੇ ਬਾਰੇ। ਆਪਾਂ ਇਹ ਤਾਂ ਜਾਣਦੇ ਹੀ ਹਾਂ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ, ਪਰ ਕੀ ਤੁਸੀਂ ਇੱਕ ਇਨਸਾਨ ਦੀ ਇਸ ਗਲਤੀ ਬਾਰੇ ਜਾਣਦੇ ਹੋ ਜਿਸ ਦੀ ਵਜ੍ਹਾ ਦੇ ਨਾਲ ਪੂਰੀ ਦੀ ਪੂਰੀ ਝੀਲ ਹੀ ਧਰਤੀ ਦੇ ਵਿੱਚ ਸਮਾ ਗਈ ਸੀ? ਦਰਅਸਲ 1980 ਦੇ ਦਸ਼ਕ ਵਿੱਚ ਟੈਕਸੇਕੋ ਨਾਮ ਦੀ ਇੱਕ ਕੰਪਨੀ ਤੇਲ ਦੀ ਖੋਜ ਲਈ ਅਮਰੀਕਾ ਦੇ ਪਾਇਨੀਅਰ ਲੇਕ ਤੋਂ ਕੁਝ ਦੂਰੀ ਤੇ ਖੁਦਾਈ ਕਰ ਰਹੀ ਸੀ। ਇਹ ਖੁਦਾਈ ਇੱਕ ਸਾਲਟ ਮਾਈਨ ਦੇ ਵਿੱਚ ਹੋ ਰਹੀ ਸੀ ਜੋ ਲੇਕ ਦੇ ਥੱਲੇ ਸਥਿਤ ਸੀ, ਪਰ ਇੱਕ ਗਲਤ ਲੋਕੇਸ਼ਨ ਦੇ ਉੱਤੇ ਡਰਿਲ ਕਰਨ ਦੇ ਨਾਲ ਜ਼ਮੀਨ ਵਿੱਚ ਇੱਕ ਹੋਲ ਬਣ ਗਿਆ, ਜਿਸ ਕਾਰਨ ਜ਼ਮੀਨ ਦੇ ਥੱਲੇ ਮੌਜੂਦ ਇੱਕ ਨਮਕ ਦੀ ਵੱਡੀ ਪਰਤ ਖਿਸਕ ਗਈ ਤੇ ਇਸ ਲੇਕ ਦੇ ਵਿੱਚ ਇੱਕ ਵੋਟਿਕ ਬਣ ਗਿਆ ਜਿਸ ਵਿੱਚ ਸਭ ਕੁਝ ਸਮਾਉਣ ਲੱਗਾ। ਇਸ ਪਾਵਰ ਦੀ ਵਜ੍ਹਾ ਨਾਲ 13 ਬਿਲੀਅਨ ਲੀਟਰ ਪਾਣੀ ਇੱਕ ਛੇਦ ਵਿੱਚ ਸਮਾ ਗਿਆ। ਇਸ ਪਾਵਰ ਵਿੱਚ ਡ੍ਰਿਲਿੰਗ ਪਲੇਟਫਾਰਮਸ, 11 ਨੁਕਾਵਾਂ, ਇੱਕ ਬੋਟ ਤੇ ਕਈ ਪੇੜ ਤੇ ਆਸ-ਪਾਸ ਦੀ 65 ਏਕੜ ਜ਼ਮੀਨ ਵੀ ਇਸ ਵਿੱਚ ਸਮਾ ਗਈ ਸੀ। ਦੇਖਦੇ ਹੀ ਦੇਖਦੇ 10 ਫੁੱਟ ਗਹਿਰੇ ਮਿੱਠੇ ਪਾਣੀ ਦੀ ਇਹ ਝੀਲ 200 ਫੁੱਟ ਦੀ ਗਹਿਰਾਈ ਵਾਲੀ ਖਾਰੇ ਪਾਣੀ ਦੀ ਇੱਕ ਝੀਲ ਵਿੱਚ ਬਦਲ ਗਈ। ਹਾਲਾਂਕਿ ਇਸ ਐਕਸੀਡੈਂਟ ਦਾ ਅਧਿਕਾਰਿਕ ਤੌਰ ਤੇ ਕਿਸੇ ਨੂੰ ਜ਼ਿੰਮੇਦਾਰ ਨਹੀਂ ਠਹਿਰਾਇਆ ਗਿਆ, ਪਰ ਫਿਰ ਵੀ ਟੈਕਸੇਕੋ ਕੰਪਨੀ ਨੇ ਆਪਣੀ ਇਸ ਗਲਤੀ ਲਈ 350 ਕਰੋੜ ਰੁਪਏ ਦਾ ਹਰਜਾਨਾ ਚੁਕਾਇਆ ਸੀ ਤੇ ਇਸ ਤਰ੍ਹਾਂ ਇਹ ਇਤਿਹਾਸ ਵਿੱਚ ਇਨਸਾਨ ਦੀ ਕੁਝ ਸਭ ਤੋਂ ਮਹਿੰਗੀਆਂ ਗਲਤੀਆਂ ਵਿੱਚ ਸ਼ਾਮਿਲ ਹੋ ਗਈ ਸੀ। ਸੋ ਗੱਲ ਕਰਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਬਾਰੇ। ਤੁਹਾਡੇ ਵਿੱਚੋਂ ਕਿਸੇ ਨਾ ਕਿਸੇ ਨੇ ਕਦੀ ਨਾ ਕਦੀ ਕਿਸੇ ਨੂੰ ਫੁੱਲ ਤਾਂ ਜ਼ਰੂਰ ਗਿਫਟ ਕੀਤਾ ਹੀ ਹੋਵੇਗਾ, ਖਰੀਦ ਕੇ ਨਹੀਂ ਤਾਂ ਤੋੜ ਕੇ ਤਾਂ ਜ਼ਰੂਰ ਦਿੱਤਾ ਹੋਵੇਗਾ ਤੇ ਤੁਸੀਂ ਫੁੱਲਾਂ ਦੀ ਦੁਕਾਨ ਤੇ ਵੀ ਮਹਿੰਗੇ ਤੋਂ ਮਹਿੰਗੇ ਫੁੱਲ ਵਿਕਦੇ ਹੋਏ ਜ਼ਰੂਰ ਦੇਖੇ ਹੋਣਗੇ। ਪਰ ਕੀ ਤੁਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਦੁਨੀਆ ਦੇ ਵਿੱਚ ਸਭ ਤੋਂ ਮਹਿੰਗਾ ਫੁੱਲ ਕਿਹੜਾ ਹੈ? ਜੇ ਨਹੀਂ ਤੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਦੁਨੀਆ ਵਿੱਚ ਸਭ ਤੋਂ ਮਹਿੰਗਾ ਫੁੱਲ ਕਿਹੜਾ ਹੈ। ਸਾਲ 2006 ਤੱਕ ਦੁਨੀਆ ਦੇ ਵਿੱਚ ਸਭ ਤੋਂ ਕੀਮਤੀ ਫੁੱਲ ਦਾ ਖਿਤਾਬ ਸ਼ੇਨਗਿਨ ਨੌਂਗ ਦੇ ਆਰਕਿਡ ਦੇ ਨਾਮ ਸੀ। ਆਰਕਿਡ ਪ੍ਰਜਾਤੀ ਦੇ ਇਸ ਫੁੱਲ ਨੂੰ ਖਿਲਣ ਦੇ ਲਈ 4 ਤੋਂ 5 ਸਾਲ ਲੱਗਦੇ ਹਨ। ਇਸ ਦਾ ਨਾਮ ਇਸ ਨੂੰ ਵਿਕਸਿਤ ਕਰਨ ਵਾਲੀ ਸ਼ੇਨਗਨ ਯੂਨੀਵਰਸਿਟੀ ਦੇ ਨਾਮ ਤੇ ਰੱਖਿਆ ਗਿਆ ਸੀ ਜੋ ਚੀਨ ਦੇ ਵਿੱਚ ਸਥਿਤ ਹੈ। ਕਰੀਬ 8 ਸਾਲ ਲਗਾ ਕੇ ਇਸ ਨੂੰ ਤਿਆਰ ਕਰਨ ਤੋਂ ਬਾਅਦ 2005 ਦੇ ਵਿੱਚ ਨਿਲਾਮੀ ਦੇ ਦੌਰਾਨ ਕਰੀਬ 15 ਲੱਖ ਦੇ ਵਿੱਚ ਇਸ ਨੂੰ ਵੇਚਿਆ ਗਿਆ ਸੀ। ਫਿਰ 2006 ਦੇ ਵਿੱਚ ਇੱਕ ਗੁਲਾਬ ਦੇ ਫੁੱਲ ਨੇ ਸ਼ੇਨਗਿਨ ਨੌਂਗ ਦੇ ਆਰਕਿਡ ਤੋਂ ਦੁਨੀਆ ਦਾ ਸਭ ਤੋਂ ਮਹਿੰਗਾ ਫੁੱਲ ਹੋਣ ਦਾ ਤਾਜ ਖੋਹ ਲਿਆ। ਇਸ ਫੁੱਲ ਦਾ ਨਾਂ ਸੀ ਜੂਲੀਅਟ ਗੁਲਾਬ। ਇਸ ਫੁੱਲ ਦੀ ਕੀਮਤ ਕਰੀਬ $3 ਮਿਲੀਅਨ ਹੈ ਤੇ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਆਪਣੀ ਖੁਸ਼ਬੂ ਅਤੇ ਖੂਬਸੂਰਤੀ ਦੇ ਲਈ ਫੇਮਸ ਜੂਲੀਅਟ ਗੁਲਾਬ 15 ਸਾਲਾਂ ਦੇ ਵਿੱਚ ਸਿਰਫ ਇੱਕ ਵਾਰ ਖਿਲਦਾ ਹੈ ਅਤੇ ਇਹ ਇਸ ਦੇ ਬੇਸ਼ਕੀਮਤੀ ਹੋਣ ਦੀ ਵੱਡੀ ਵਜ੍ਹਾ ਹੈ। ਹਾਲਾਂਕਿ ਜੂਲੀਅਟ ਰੋਜ਼ ਨੂੰ ਇਸ ਦੇ $3 ਮਿਲੀਅਨ ਤੋਂ ਘੱਟ ਦੇ ਪ੍ਰਾਈਸ 'ਚ ਵੀ ਖਰੀਦਿਆ ਜਾ ਸਕਦਾ ਹੈ, ਪਰ ਰੋਜ਼ ਬਰੀਡਰ ਡੈਮਿਨ ਆਸਟਿਨ ਨੇ ਇਸ ਫੁੱਲ ਦੀ ਪ੍ਰਜਾਤੀ ਬਣਾਉਣ ਦੇ ਵਿੱਚ $3 ਮਿਲੀਅਨ ਜਾਣੀ ਕਿ 22 ਕਰੋੜ ਰੁਪਏ ਖਰਚੇ ਸੀ। ਇਸ ਲਈ ਇਸ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਫੁੱਲ ਮੰਨਿਆ ਜਾਂਦਾ ਹੈ। ਸੋ ਗੱਲ ਕਰਦੇ ਹਾਂ ਜੀ ਹੁਣ ਅਗਲੇ ਫੈਕਟ ਦੇ ਬਾਰੇ। ਕੀ ਤੁਹਾਨੂੰ ਇਹ ਪਤਾ ਹੈ ਕਿ ਸਭ ਤੋਂ ਮਹਿੰਗੀ ਕਾਰ ਦੁਨੀਆ ਦੀ ਕਿਹੜੀ ਹੈ? ਤੁਸੀਂ ਇਹ ਕਹੋਗੇ ਫਰਾਰੀ, ਰੋਲਸ ਰਾਇਲ, ਤੇ ਨਹੀਂ। ਇਹ ਕਾਰਸ ਮਹਿੰਗੀਆਂ ਜ਼ਰੂਰ ਹਨ, ਪਰ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਦਾ ਨਾਮ ਹੈ ਪਗਾਨੀ ਜੋਂਡਾ HP ਵਰਸ਼ਟਾ। ਇਟਾਲੀਅਨ ਕਾਰ ਮੇਕਰ ਪਗਾਨੀ ਦੀ ਜੋਂਡਾ ਸੀਰੀਜ਼ ਨੂੰ ਰਹੀਸਾਂ ਦਾ ਸ਼ੌਂਕ ਮੰਨਿਆ ਜਾਂਦਾ ਹੈ, ਪਰ HP ਵਰਸ਼ਟਾ ਜੋਂਡਾ ਸੀਰੀਜ਼ ਦੀ ਸਭ ਤੋਂ ਖਾਸ ਕਾਰ ਹੈ। 2017 ਦੇ ਵਿੱਚ ਇਹ ਕਾਰ ਕੰਪਨੀ ਦੇ ਫਾਊਂਡਰ ਹੋਰੇਸ਼ੀਓ ਪਗਾਨੀ ਨੇ 60ਵੇਂ ਜਨਮ ਦਿਨ ਤੇ ਕੰਪਨੀ ਵੱਲੋਂ ਗਿਫਟ ਕੀਤੀ ਗਈ ਸੀ। ਇਸ ਗੱਡੀ ਦੀ ਕੀਮਤ 121 ਕਰੋੜ ਰੁਪਏ ਹੈ ਤੇ ਦੁਨੀਆ ਭਰ ਵਿੱਚ ਇਦਾਂ ਦੀਆਂ ਸਿਰਫ 3 ਹੀ ਗੱਡੀਆਂ ਹਨ, ਜਿਹਦੇ ਵਿੱਚ ਇੱਕ ਗੱਡੀ ਕੰਪਨੀ ਫਾਊਂਡਰ ਦੇ ਕੋਲ ਹੈ ਤੇ ਬਾਕੀ 2 ਗੱਡੀਆਂ ਵੇਚੀਆਂ ਜਾ ਚੁੱਕੀਆਂ ਹਨ। ਇਸ ਗੱਡੀ ਦੇ ਨਾਲ ਹੀ ਪਗਾਨੀ ਨੇ ਆਪਣੀ ਜ਼ੋਂਡਾ ਸੀਰੀਜ਼ ਦੇ ਪ੍ਰੋਡਕਸ਼ਨ ਨੂੰ ਵੀ ਖਤਮ ਕਰ ਦਿੱਤਾ ਸੀ। ਇਹ ਤਾਂ ਸੀ ਜੀ ਅੱਜ ਦੇ ਫੈਕਟ ਤੇ ਹੁਣ ਆਪਾਂ ਅੱਗੇ ਵਧਦੇ ਹਾਂ ਸਾਡੇ ਅਗਲੇ ਪੜਾਅ ਵੱਲ, ਮਤਲਬ ਕਿ ਜਾਣਕਾਰੀ ਵਾਲਾ। ਤੇ ਅੱਜ ਅਸੀਂ ਤੁਹਾਨੂੰ ਇੱਕ ਸ਼ਖਸ ਦੇ ਬਾਰੇ ਦੱਸਣ ਜਾ ਰਹੇ ਹਾਂ ਔਰ ਉਸ ਸ਼ਖਸ ਦੇ ਬਾਰੇ ਜਾਣ ਕੇ ਤੁਸੀਂ ਹੈਰਾਨ ਵੀ ਜ਼ਰੂਰ ਹੋਵੋਗੇ ਤੇ ਤੁਸੀਂ ਮੋਟੀਵੇਟ ਵੀ ਜ਼ਰੂਰ ਹੋਵੋਗੇ। ਸੋ ਗੱਲ ਕਰਦੇ ਹਾਂ ਜੀ ਅੱਜ ਦੇ ਜਾਣਕਾਰੀ ਪੜਾਅ ਦੀ। ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਇੱਕ ਇਨਸਾਨ ਜ਼ਿਆਦਾ ਤੋਂ ਜ਼ਿਆਦਾ ਕਿੰਨੀਆਂ ਚੀਜ਼ਾਂ ਵਿੱਚ ਮਾਸਟਰ ਹੋ ਸਕਦਾ ਹੈ ਤਾਂ ਸਾਰਿਆਂ ਦਾ ਜਵਾਬ ਹੋਵੇਗਾ ਕਿ 5, 6, 7 ਇਹੀ ਹੋਏਗਾ ਨਾ। ਪਰ ਜਿਸ ਬਾਰੇ ਅੱਜ ਗੱਲ ਕਰਨ ਜਾ ਰਹੇ ਹਾਂ ਉਹ ਦੁਨੀਆ ਦਾ ਸਭ ਤੋਂ ਜ਼ਿਆਦਾ ਜੀਨੀਅਸ ਇਨਸਾਨ ਹੈ ਤੇ ਇਹ ਇਨਸਾਨ ਨੂੰ
ਇੰਨੇ ਵਿਸ਼ਿਆਂ ਦੀ ਜਾਣਕਾਰੀ ਸੀ ਜਿੰਨੇ ਇੱਕ ਸਕੂਲ ਕਾਲਜ ਵਿੱਚ ਵੀ ਨਹੀਂ ਹੁੰਦੇ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਲਿਨਾਰਡੋ ਦਾ ਵਿੰਚੀ, ਜੋ ਸਾਇੰਟਿਸਟ, पेंटर, इनोवेटर, इंजीनियर, लिटरेचर लिखण वाले ते होर भी बहुत सारे काम करते सी। दा विंची दोनों हत्थां नूं वरत सकदे सी ते ओह भी इक्को समय दे विच ਉਹ ਇੱਕ ਹੱਥ ਨਾਲ ਲਿਖ ਸਕਦੇ ਸੀ ਤੇ ਇੱਕ ਹੱਥ ਦੇ ਨਾਲ ਡਰਾਇੰਗ ਕਰ ਸਕਦੇ ਸੀ। ਤੇ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਹਨਾਂ ਨੇ ਆਪਣੇ ਸਮੇਂ ਤੋਂ ਅੱਗੇ ਦੀਆਂ ਚੀਜ਼ਾਂ ਦੀ ਤਸਵੀਰ ਬਣਾ ਦਿੱਤੀ ਸੀ। ਦਾ ਵਿੰਚੀ ਨੂੰ ਦੁਨੀਆ ਦੇ ਸਭ ਤੋਂ ਜ਼ਿਆਦਾ ਬੁੱਧੀਮਾਨ ਲੋਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਇਹਨਾਂ ਦਾ ਜਨਮ 1452 ਵਿੱਚ ਇਟਲੀ ਦੇ ਵਿੰਚੀ ਸ਼ਹਿਰ ਵਿੱਚ ਹੋਇਆ ਸੀ। ਇਸੇ ਕਰਕੇ ਇਹਨਾਂ ਦੇ ਨਾਮ ਦੇ ਪਿੱਛੇ ਵਿੰਚੀ ਲੱਗਦਾ ਹੈ। ਤੇ ਇਹ ਮਿਰਰ ਰਾਈਟਿੰਗ ਨੂੰ ਵੀ ਬਹੁਤ ਆਸਾਨੀ ਨਾਲ ਲਿਖ ਸਕਦੇ ਸੀ, ਮਤਲਬ ਪੁੱਠੇ ਪਾਸੇ ਨੂੰ, ਜਿਵੇਂ ਸ਼ੀਸ਼ੇ ਵਿੱਚ ਦਿਖਦਾ ਤੇ ਇਹ ਪਹਿਲਾਂ ਹੀ ਉਸ ਨੂੰ ਪੁੱਠਾ ਲਿਖ ਦਿੰਦੇ ਸੀ ਅਤੇ ਜਿਸ ਨੂੰ ਪੜ੍ਹਨ ਲਈ ਸ਼ੀਸ਼ੇ ਦਾ ਪ੍ਰਯੋਗ ਕਰਨਾ ਪੈਂਦਾ ਸੀ। ਇਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਇਸੇ ਤਰ੍ਹਾਂ ਲਿਖੀਆਂ ਸੀ। ਜੋ ਵੀ ਕੋਈ ਉਹਨਾਂ ਦੀ ਲਿਖਾਈ ਪੜ੍ਹਨਾ ਚਾਹੁੰਦਾ ਸੀ ਉਸ ਨੂੰ ਸ਼ੀਸ਼ੇ ਵਿੱਚ ਦੇਖ ਕੇ ਪੜ੍ਹਨਾ ਪੈਂਦਾ ਸੀ। ਤੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਸੀ ਕਿ ਦਾ ਵਿੰਚੀ ਜਿਨ੍ਹਾਂ ਚੀਜ਼ਾਂ ਨੂੰ ਗੁਪਤ ਰੱਖਣਾ ਚਾਹੁੰਦਾ ਸੀ ਉਹਨਾਂ ਚੀਜ਼ਾਂ ਨੂੰ ਪੁੱਠੇ ਪਾਸੇ ਨੂੰ ਲਿਖਦਾ ਸੀ। ਪਰ ਅਸਲ ਵਿੱਚ ਦਾ ਵਿੰਚੀ ਇਸ ਤਰ੍ਹਾਂ ਲਿਖਣ ਵਿੱਚ ਇੰਨਾ ਮਾਹਰ ਹੋ ਗਏ ਸੀ ਕਿ ਉਸ ਨੂੰ ਇਹ ਆਸਾਨ ਲੱਗਦਾ ਸੀ, ਜਿਸ ਕਾਰਨ ਉਸਨੇ ਜ਼ਿਆਦਾਤਰ ਕਿਤਾਬਾਂ ਪੁੱਠੀ ਲਿਖਾਈ ਵਿੱਚ ਹੀ ਲਿਖੀਆਂ ਸੀ। ਤੇ ਤੁਹਾਨੂੰ ਦੱਸ ਦਈਏ ਕਿ 1984 ਵਿੱਚ ਬਿਲ ਗੇਟਸ ਨੇ ਦਾ ਵਿੰਚੀ ਦੀ ਕਿਤਾਬ ਕੋਡੈਕਸ ਹੈਮਰ ਨੂੰ $30 ਮਿਲੀਅਨ ਦੇ ਵਿੱਚ ਖਰੀਦਿਆ ਸੀ ਤੇ ਇਸ ਕਿਤਾਬ ਨੂੰ ਦਾ ਵਿੰਚੀ ਨੇ ਪੁੱਠੀ ਲਿਖਾਈ ਵਿੱਚ ਲਿਖਿਆ ਸੀ। ਤੇ ਬਿਲ ਗੇਟਸ ਨੇ ਇਸ ਕਿਤਾਬ ਦੇ ਕੁਝ ਪੰਨਿਆਂ ਨੂੰ ਵਿੰਡੋਜ਼ 95 ਦੇ ਵਿੱਚ ਸਕਰੀਨ ਸੇਵਰ ਦੇ ਤੌਰ ਤੇ ਵੀ ਵਰਤਿਆ ਸੀ। ਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਨੇ ਉਸ ਸਮੇਂ ਇਨਸਾਨ ਦੇ ਸਰੀਰ ਦਾ ਢਾਂਚਾ ਬਣਾ ਦਿੱਤਾ ਸੀ ਜਦੋਂ ਕੋਈ ਟੈਕਨੀਕ ਨਹੀਂ ਸੀ ਹੱਡੀਆਂ ਦੇ ਢਾਂਚੇ ਨੂੰ ਦੇਖਣ ਦੀ। ਤੇ ਸੋਚਣ ਵਾਲੀ ਗੱਲ ਇਹ ਹੈ ਕਿ ਉਹਨਾਂ ਨੇ ਉਸ ਸਮੇਂ ਇਹ ਸਭ ਕਿਵੇਂ ਕਰ ਦਿੱਤਾ। ਅਸਲ ਵਿੱਚ ਉਸ ਸਮੇਂ ਉਹ ਕਬਰ ਖੋਦ ਕੇ ਮ੍ਰਿਤ ਸਰੀਰ ਨੂੰ ਕੱਢ ਕੇ ਉਸ ਤੇ ਰਿਸਰਚ ਕਰਦੇ ਸੀ ਤੇ 30 ਦੇ ਕਰੀਬ ਮ੍ਰਿਤ ਸਰੀਰਾਂ ਨੂੰ ਕੱਢ ਕੇ ਉਹਨਾਂ ਤੇ ਸਟੱਡੀ ਕੀਤੀ ਤਾਂ ਕਿ ਲੋਕਾਂ ਨੂੰ ਤਸਵੀਰ ਰਾਹੀਂ ਸਰੀਰ ਦੀਆਂ ਨਸਾਂ, ਹੱਡੀਆਂ ਤੇ ਹੋਰ ਸਾਰਾ ਕੁਝ ਦੱਸ ਸਕਣ। ਤੇ ਜੋ ਤੁਸੀਂ ਤਸਵੀਰ ਹੁਣ ਦੇਖ ਰਹੇ ਹੋ ਸਕਰੀਨ ਤੇ, ਇਹ ਇਨਸਾਨ ਦੇ ਹੱਥਾਂ ਦੀਆਂ ਤਸਵੀਰਾਂ ਨੇ। ਇਹ ਅੱਜ ਤੋਂ ਕਰੀਬ 500 ਸਾਲ ਪਹਿਲਾਂ ਦਾ ਵਿੰਚੀ ਨੇ ਬਣਾ ਦਿੱਤੀਆਂ ਸੀ। ਤੇ ਤੁਹਾਨੂੰ ਦੱਸ ਦਈਏ ਦਾ ਵਿੰਚੀ ਇੱਕ ਆਲਸੀ ਬੰਦਾ ਸੀ ਤੇ ਇਹਨਾਂ ਮਹਾਨ ਹੋਣ ਦੇ ਬਾਵਜੂਦ ਵੀ ਦਾ ਵਿੰਚੀ ਆਪਣੇ ਕੰਮ ਵਿੱਚ ਟਾਲ ਮਟੋਲ ਕਰਦੇ ਰਹਿੰਦੇ ਸੀ। ਹੁਣ ਜਿਸ ਕਾਰਨ ਦਾ ਵਿੰਚੀ ਦੀਆਂ ਬਹੁਤ ਸਾਰੀਆਂ ਪੇਂਟਿੰਗਾਂ ਅਧੂਰੀਆਂ ਨੇ ਤੇ ਜਿਨ੍ਹਾਂ ਨੂੰ ਉਹਨਾਂ ਨੇ ਪੂਰਾ ਨਹੀਂ ਕੀਤਾ। ਤੇ ਇਸ ਦਾ ਕਾਰਨ ਦੱਸਿਆ ਗਿਆ ਕਿ ਉਹ ਆਪਣੇ ਕੰਮ ਨੂੰ ਟਾਲ ਮਟੋਲ ਕਰਦੇ ਸੀ, ਸੋ ਆਲਸ ਪੁਣਾ ਦਿਖਾਉਂਦੇ ਸੀ। ਪਰ ਸ਼ਾਇਦ ਇਹਨਾਂ ਪਿੱਛੇ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ। ਤੇ ਦਾ ਵਿੰਚੀ ਬਹੁਤ ਵੱਡੇ ਖੋਜੀ ਸੀ ਤੇ ਉਹਨਾਂ ਨੇ ਉਸ ਸਮੇਂ ਬਹੁਤ ਵੱਡੇ ਅਵਿਸ਼ਕਾਰ ਕਰ ਲਏ ਸੀ। ਦਾ ਵਿੰਚੀ ਨੇ ਪੈਰਾਸ਼ੂਟ, ਹੈਲੀਕਾਪਟਰ, ਟੈਂਕ, ਜਹਾਜ਼, ਰੱਸੀ ਨਾਲ ਚੁੱਕਣ ਵਾਲੇ ਪੁਲ ਜੋ ਰਾਜੇ ਮਹਾਰਾਜੇ ਵਰਤਦੇ ਸੀ, ਇਹਨਾਂ ਸਾਰਿਆਂ ਦਾ ਡਿਜ਼ਾਈਨ ਉਹਨਾਂ ਨੇ ਬਣਾ ਦਿੱਤਾ ਸੀ। ਤੇ ਦਾ ਵਿੰਚੀ ਦੇ ਡਿਜ਼ਾਈਨਾਂ ਨੂੰ ਵਰਤ ਕੇ ਵਿਗਿਆਨਿਕਾਂ ਨੇ ਖੋਜਾਂ ਕੀਤੀਆਂ ਸੀ। ਇਹਨਾਂ ਬਾਰੇ ਇੱਕ ਹੋਰ ਬਹੁਤ ਮਸ਼ਹੂਰ ਕਹਾਣੀ ਦੱਸੀ ਜਾਂਦੀ ਹੈ ਕਿ ਦਾ ਵਿੰਚੀ ਤੇ ਨਿਕੋਲੋ ਨੇ, ਜੋ ਉਸ ਸਮੇਂ ਦੇ ਫਿਲਾਸਫਰ ਸੀ, ਇਹਨਾਂ ਨੇ ਮਿਲ ਕੇ ਇੱਕ ਯੋਜਨਾ ਬਣਾਈ ਕਿ ਇਟਲੀ ਦੇ ਪੀਸਾ ਸ਼ਹਿਰ ਦੀ ਨਦੀ ਦੀ ਦਸ਼ਾ ਬਦਲਾਂਗੇ ਤੇ ਉਹ ਕੁਦਰਤ ਦੇ ਉਲਟ ਸੀ। ਪਰ ਇਹਨਾਂ ਨੇ ਫਿਰ ਵੀ ਬਹੁਤ ਕੋਸ਼ਿਸ਼ ਕੀਤੀ ਪਰ ਇਹ ਅਸਫਲ ਰਹੇ। ਤੇ 1473 ਵਿੱਚ ਬਣਾਈ ਗਈ ਆਰਨੂ ਵੈਲੀ ਨਾਮ ਦੀ ਪੇਂਟਿੰਗ ਦਾ ਵਿੰਚੀ ਦੀ ਸਭ ਤੋਂ ਪੁਰਾਣੀ ਪੇਂਟਿੰਗ ਹੈ, ਜੋ ਕਿ ਦਾ ਵਿੰਚੀ ਨੇ ਕਿਸੇ ਦੀ ਯਾਦ ਵਿੱਚ ਬਣਾਈ ਸੀ ਤੇ ਕਿਸੇ ਨੂੰ ਗਿਫਟ ਕਰਨ ਲਈ ਉਹਨਾਂ ਨੇ ਇਸ ਨੂੰ ਬਣਾਇਆ ਸੀ। ਦਾ ਵਿੰਚੀ ਕਦੇ ਵੀ ਸਕੂਲ ਨਹੀਂ ਗਏ ਸੀ ਤੇ ਸਿਰਫ ਪੇਂਟਿੰਗ ਹੀ ਉਹਨਾਂ ਨੇ ਆਪਣੇ ਪਿਤਾ ਦੇ ਕਹਿਣ ਤੇ ਇੱਕ ਅਧਿਆਪਕ ਤੋਂ ਸਿੱਖੀ ਸੀ। ਤੇ ਬਾਕੀ ਸਾਰੇ ਵਿਸ਼ਿਆਂ ਦਾ ਗਿਆਨ ਉਹਨਾਂ ਨੇ ਆਪ ਕਿਤਾਬਾਂ ਪੜ੍ਹ ਕੇ ਇਕੱਠਾ ਕੀਤਾ ਸੀ। ਤੇ ਉਸ ਸਮੇਂ ਦੇ ਮਸ਼ਹੂਰ ਚਿੱਤਰਕਾਰ ਬਰੋਸ਼ੀਓ ਤੋਂ ਉਹਨਾਂ ਨੇ ਪੇਂਟਿੰਗ ਦੀ ਸਿੱਖਿਆ ਲਈ ਸੀ। ਤੇ ਇੱਕ ਵਾਰ ਬਰੋਸ਼ੀਓ ਜੋ ਇੱਕ ਚਿੱਤਰ ਬਣਾ ਰਹੇ ਸੀ ਦੇ 2 ਮੁੱਖ ਪਾਤਰ ਬਰੋਸ਼ੀਓ ਨੇ ਬਣਾਏ ਤੇ ਬਾਕੀ ਦੇ ਦੂਤ ਤੇ ਜਾਨਵਰ ਦਾ ਵਿੰਚੀ ਨੂੰ ਬਣਾਉਣ ਲਈ ਕਹੇ ਅਤੇ ਦਾ ਵਿੰਚੀ ਨੇ ਦੂਤ ਤੇ ਜਾਨਵਰ ਬਰੋਸ਼ੀਓ ਪਾਤਰਾਂ ਤੋਂ ਕਈ ਜ਼ਿਆਦਾ ਗੁਣਾ ਵਧੀਆ ਬਣਾ ਦਿੱਤੇ ਤੇ ਜਿਨ੍ਹਾਂ ਦੇ ਸਾਹਮਣੇ ਬਰੋਸ਼ੀਓ ਦੇ ਮੁੱਖ ਪਾਤਰ ਹੀ ਫਿੱਕੇ ਪੈ ਗਏ। ਤੇ ਜਿਸ ਤੋਂ ਬਾਅਦ ਬਰੋਸ਼ੀਓ ਥੋੜਾ ਘਬਰਾ ਗਏ ਕਿ ਕਿਉਂਕਿ ਦਾ ਵਿੰਚੀ ਗੁਰੂ ਤੋਂ ਵੀ ਕਈ ਗੁਣਾ ਅੱਗੇ ਨਿਕਲ ਗਏ ਸੀ। ਤੇ ਦਾ ਵਿੰਚੀ ਸ਼ੁੱਧ ਸ਼ਾਕਾਹਾਰੀ ਸੀ ਤੇ ਉਹਨਾਂ ਨੇ ਕਦੇ ਵੀ ਪੰਛੀ ਤੇ ਜਾਨਵਰ ਨੂੰ ਮਾਰ ਕੇ ਨਹੀਂ ਖਾਧਾ ਸੀ, ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਜਿਸ ਨੂੰ ਇਨਸਾਨ ਪੈਦਾ ਹੀ ਨਹੀਂ ਕਰ ਸਕਦਾ ਉਸ ਨੂੰ ਮਾਰਨ ਦਾ ਵੀ ਕੋਈ ਹੱਕ ਨਹੀਂ ਹੈ। ਤੇ ਉਹ ਬਾਜ਼ਾਰ ਵਿੱਚ ਜਦੋਂ ਜਾਂਦੇ ਸੀ ਤੇ ਪਿੰਜਰੇ ਦੇ ਵਿੱਚ ਜੋ ਉੱਥੇ ਬੰਦ ਪੰਛੀ ਤੇ ਛੋਟੇ ਜਾਨਵਰ ਹੁੰਦੇ ਸੀ ਉਹਨਾਂ ਨੂੰ ਖਰੀਦ ਲੈਂਦੇ ਸੀ ਤੇ ਉਹਨਾਂ ਨੂੰ ਆਜ਼ਾਦ ਕਰ ਦਿੰਦੇ ਸੀ। ਇਸੇ ਤਰ੍ਹਾਂ ਦਾ ਵਿੰਚੀ ਨੇ ਹਜ਼ਾਰਾਂ ਹੀ ਜਾਨਵਰਾਂ ਤੇ ਪੰਛੀ ਆਜ਼ਾਦ ਕੀਤੇ
ਤੇ दा विंची ही पहले इंसान सी जिसने दस्सिया सी कि आसमान दा रंग नीला हुंदा है। ਤੇ ਇਹ ਕਿਉਂ ਹੁੰਦਾ ਹੈ, ਇਸ ਤੋਂ ਪਹਿਲਾਂ ਕਿਸੇ ਇਨਸਾਨ ਨੇ ਇਸ ਬਾਰੇ ਸੋਚਿਆ ਹੀ ਨਹੀਂ ਸੀ। ਤੇ दा विंची ਨੇ ਦੱਸਿਆ ਸੀ ਕਿ ਹਵਾ ਸੂਰਜ ਦੀ ਰੋਸ਼ਨੀ ਨੂੰ ਬਖੇਰਦੀ ਹੈ ਤੇ ਨੀਲਾ ਰੰਗ ਬਾਕੀ ਰੰਗਾਂ ਤੋਂ ਜ਼ਿਆਦਾ ਫੈਲਦਾ ਹੈ ਤੇ ਇਸੇ ਕਰਕੇ आसमान दिन विच नीला दिखाई दिंदा है। अगे गल करदे हां हुण कॉन्टैक्ट लेंस दी, जो कि अज बहुत फायदेमंद ने। बहुत लोग इन्हां दा इस्तेमाल करदे ने। इन्हां दा आइडिया भी सब तो पहला दा विंची नूं आया सी ते दा विंची नूं लिखण दा ते पढ़न दा बहुत शौक सी ते ओह हर जरूरी चीज़ां नूं किताब दे विच लिख लैंदे सी ते इटली दे पिंड शहर जा के उन्हां दी खूबसूरती नूं अपणीआं तस्वीरां विच कैद करदे सी। ਤੇ ਜੇ ਉਹ ਕਿਸੇ ਆਦਮੀ ਦੇ ਚਿਹਰੇ ਦੀ ਤਸਵੀਰ ਬਣਾਉਣਾ ਚਾਹੁੰਦੇ ਸੀ ਤਾਂ ਉਸ ਪਿੱਛੇ ਸਾਰਾ ਦਿਨ ਫਿਰਦੇ ਰਹਿੰਦੇ ਸੀ ਤਾਂ ਕਿ ਉਹਨਾਂ ਨੂੰ ਇਨਸਾਨ ਦਾ ਚਿਹਰਾ ਚੰਗੀ ਤਰ੍ਹਾਂ ਯਾਦ ਹੋ ਜਾਵੇ ਤੇ ਉਹ ਕਿਸੇ ਦੀ ਵੀ ਅਜਿਹੀ ਤਸਵੀਰ ਬਣਾਉਂਦੇ ਸੀ ਜਿਵੇਂ ਅਸਲ ਦੇ ਵਿੱਚ ਉਹ ਚੀਜ਼ ਸਾਹਮਣੇ ਹੋਵੇ। ਉਹ ਕਹਿੰਦੇ ਸੀ ਕਿ ਹਰ ਇੱਕ ਚਿੱਤਰਕਾਰ ਨੂੰ ਸ਼ੀਸ਼ੇ ਵਰਗਾ ਹੋਣਾ ਚਾਹੀਦਾ ਤਾਂ ਕਿ ਹੂਬਹੂ ਨਕਲ ਕਰ ਸਕੇ। ਤੇ दा विंची ਦਾ ਆਖਰੀ ਸ਼ਬਦ ਇਹ ਸੀ ਕਿ ਮੈਂ ਇਨਸਾਨ ਤੇ ਪਰਮਾਤਮਾ ਨੂੰ ਦੁਖੀ ਕੀਤਾ। ਮੈਂ ਆਪਣੀ ਜ਼ਿੰਦਗੀ ਦਾ ਜਿੰਨਾ ਚੰਗੀ ਤਰ੍ਹਾਂ ਇਸਤੇਮਾਲ ਕਰ ਸਕਦਾ ਸੀ ਉਨਾ ਨਹੀਂ ਕੀਤਾ। ਕਮਾਲ ਦੀ ਗੱਲ ਹੈ ਕਿ ਇੱਕ ਇਨਸਾਨ ਇੰਨਾ ਸਭ ਕੁਝ ਕਰਨ ਦੇ ਬਾਵਜੂਦ ਵੀ ਆਪਣੇ ਆਪ ਨੂੰ ਕੋਸ ਰਿਹਾ ਸੀ ਕਿ ਮੈਂ ਉਹਨਾਂ ਨਹੀਂ ਕਰ ਸਕਿਆ ਜਿੰਨਾ ਮੈਨੂੰ ਕਰਨਾ ਚਾਹੀਦਾ ਸੀ। ਪਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਹੋਰ ਤਾਂ ਕੀ ਕਰਨਾ ਹੁੰਦਾ ਹੈ, ਅਸੀਂ ਆਪਣੇ ਲਈ ਵੀ ਕੁਝ ਨਹੀਂ ਕਰ ਪਾ ਰਹੇ ਹੈਗੇ, ਆਪਣੇ ਆਪ ਲਈ ਵੀ ਮੰਗ ਰਹੇ ਹਾਂ। ਜੇਕਰ ਥੋੜਾ ਜਿਹਾ ਵੀ ਸੋਚਿਆ ਜਾਵੇ ਤਾਂ ਅਜਿਹੇ ਬੰਦਿਆਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਪਰ ਥੋੜਾ ਧਿਆਨ ਨਾਲ ਸੁਣਨਾ ਪੈਂਦਾ, ਉਸ ਸ਼ਬਦ ਦੀ ਡੂੰਘਾਈ ਵਿੱਚ ਜਾਣਾ ਪੈਂਦਾ। ਉਸ ਸਮੇਂ ਜੇਕਰ ਉਸਨੇ ਇਹ ਚੀਜ਼ ਕਰ ਦਿੱਤੀ ਤਾਂ ਕਿਵੇਂ ਕਰ ਦਿੱਤੀ ਤੇ ਅੱਜ ਅਸੀਂ ਕੀ ਕਰ ਸਕਦੇ ਹਾਂ, ਪਰ ਅਸਲ ਵਿੱਚ ਅਸੀਂ ਉਹ ਚੀਜ਼ ਤੇ ਸਵਾਲ ਹੀ ਨਹੀਂ ਕਰਦੇ ਕਿ ਉਸਨੇ ਉਸ ਸਮੇਂ ਵਿੱਚ ਇਹ ਕਿਵੇਂ ਕਰ ਦਿੱਤਾ। ਹੁਣ ਅੱਗੇ ਗੱਲ ਕਰਦੇ ਹਾਂ, दा विंची ਨੇ ਪਹਿਲੀ ਵਾਰ ਹੈਲੀਕਾਪਟਰ ਤੇ ਆਟੋਮੈਟਿਕ ਰਫਲ ਦਾ ਚਿੱਤਰ ਬਣਾਇਆ ਸੀ ਤੇ ਉਹਨਾਂ ਨੇ ਇਨਸਾਨ ਦੀਆਂ ਹੱਡੀਆਂ ਅਤੇ ਜੋੜਾਂ ਦਾ ਅਧਿਐਨ ਕਰ ਲਿਆ ਸੀ। ਉਹਨਾਂ ਨੂੰ ਕਬਰਾਂ ਵਿੱਚੋਂ ਕੱਢ ਕੇ ਉਹਨਾਂ ਨੇ ਪੰਛੀਆਂ ਦੇ ਅੰਦਰਲੇ ਤੇ ਬਾਹਰਲੇ ਅੰਗਾਂ ਦਾ ਬਿਲਕੁਲ ਸਹੀ ਚਿੱਤਰ ਬਣਾ ਦਿੱਤਾ ਸੀ, ਉਹ ਵੀ ਸਿਰਫ ਉਹਨਾਂ ਦਾ ਅੱਖਾਂ ਨਾਲ ਅਧਿਐਨ ਕਰਕੇ। ਇਸ ਦੇ ਅੰਦਰ ਕਿਵੇਂ ਦੀ ਹੱਡੀ ਹੋਵੇਗੀ ਤੇ दा विंची ਦਾ ਬਣਾਇਆ ਗਿਆ ਪਰਫੈਕਟ ਮੈਨ ਦਾ ਚਿੱਤਰ ਵੀ ਇਟਲੀ ਦੀ ਕਰੰਸੀ ਉੱਤੇ ਛਾਪਿਆ ਗਿਆ ਸੀ ਅਤੇ ਜਿਸ ਨੂੰ ਕਈ ਲੋਕ ਅੱਜ ਵੀ ਯੂਜ਼ ਕਰ ਰਹੇ ਨੇ। ਤੇ दा विंची ਨੇ ਮਿਲਾਨ ਸ਼ਹਿਰ ਦੇ ਰਾਜੇ ਨੂੰ ਮਿਲ ਕੇ ਇਹ ਦੱਸਿਆ ਕਿ ਉਹ ਉਹਨਾਂ ਲਈ ਕੰਮ ਕਰਨਾ ਚਾਹੁੰਦਾ ਹੈ ਤੇ ਜਦੋਂ ਉਸਨੇ ਆਪਣੀ ਪ੍ਰਤਿਭਾ ਦੱਸੀ ਤਾਂ ਰਾਜਾ ਨਾ ਨਹੀਂ ਕਹਿ ਸਕਿਆ ਤੇ दा विंची ਨੇ ਕਿਹਾ ਕਿ ਉਸ ਨੂੰ ਦੁਸ਼ਮਣ ਦੇ ਪੁੱਲ ਨਸ਼ਟ ਕਰਨ ਦਾ ਤਰੀਕਾ ਪਤਾ ਹੈ ਤੇ ਉਸਨੇ ਅਜਿਹੇ ਪੁੱਲ ਵੀ ਬਣਾਏ ਸੀ ਜੋ ਆਸਾਨੀ ਨਾਲ ਚੁੱਕ ਕੇ ਲਿਜਾਏ ਜਾਣ ਤੇ ਉਹਨਾਂ ਨੇ ਦੱਸਿਆ ਕਿ ਕਿਲੇ ਨੂੰ ਨਸ਼ਟ ਕਰਨ ਦਾ ਤਰੀਕਾ ਵੀ ਮੇਰੇ ਕੋਲ ਹੈ ਤੇ ਤੋਪਾਂ ਤਿਆਰ ਕਰਨੀਆਂ ਤੇ ਨਦੀਆਂ ਦੇ ਥੱਲੇ ਰਸਤਾ ਬਣਾਉਣਾ ਵੀ ਮੈਨੂੰ ਆਉਂਦਾ ਹੈ ਤੇ ਆਖਿਰ ਵਿੱਚ ਮੈਂ ਤੁਹਾਡੀਆਂ ਸਭ ਤੋਂ ਖੂਬਸੂਰਤ ਤਸਵੀਰਾਂ ਵੀ ਬਣਾਵਾਂਗਾ। ਤੇ ਇਸ ਤੋਂ ਬਾਅਦ ਰਾਜਾ ਨਾ ਹੀ ਨਹੀਂ ਕਹਿ ਸਕਿਆ ਤੇ ਉਸਨੇ दा विंची ਨੂੰ ਆਪਣੇ ਨਾਲ ਕੰਮ ਤੇ ਰੱਖ ਲਿਆ। ਤੇ ਤੁਹਾਨੂੰ ਦੱਸ ਦਈਏ ਕਿ ਕੈਂਚੀ ਦਾ ਅਵਿਸ਼ਕਾਰ ਵੀ दा विंची ਨੇ ਹੀ ਕੀਤਾ ਸੀ ਤੇ ਅੱਜ ਤੱਕ ਦੀ ਸਭ ਤੋਂ ਰਹੱਸਮਈ ਤੇ ਮਹਿੰਗੀ ਪੇਂਟਿੰਗ ਮੋਨਾਲੀਸਾ ਦੀ ਵੀ दा विंची ਨੇ ਬਣਾਈ ਸੀ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਪੇਂਟਿੰਗ ਵਿੱਚ ਬਹੁਤ ਸਾਰੇ ਰਾਜ਼ ਲੁਕੇ ਹੋਏ ਸੀ। ਤੇ ਤੁਹਾਨੂੰ ਦੱਸ ਦਈਏ ਕਿ 1503 ਵਿੱਚ ਇਹ ਪੇਂਟਿੰਗ ਬਣਾਉਣੀ ਸ਼ੁਰੂ ਕੀਤੀ ਸੀ ਤੇ 1517 ਤੱਕ ਇਸ ਤੇ ਕੰਮ ਕਰਦੇ ਰਹੇ ਸੀ ਤੇ ਸਭ ਤੋਂ ਜ਼ਿਆਦਾ ਸਮਾਂ ਮੋਨਾਲੀਸਾ ਦੇ ਬੁੱਲ ਬਣਾਉਣ ਤੇ ਲੱਗਿਆ ਸੀ ਜਿਸ ਨੂੰ ਉਸਨੇ ਬਣਾਉਣ ਵਿੱਚ 12 ਸਾਲ ਲਗਾ ਦਿੱਤੇ ਸੀ। ਸੋ ਇਸ ਪੇਂਟਿੰਗ ਵਿੱਚ ਬਹੁਤ ਅਣਸੁਲਝੀਆਂ ਗੱਲਾਂ ਲੁਕੀਆਂ ਹੋਈਆਂ ਹਨ ਜਿਨ੍ਹਾਂ ਦੇ ਬਾਰੇ ਅਸੀਂ ਅਗਲੇ ਐਪੀਸੋਡ ਦੇ ਵਿੱਚ ਵੀ ਗੱਲ ਕਰਾਂਗੇ। ਸੋ ਇਹ ਪੇਂਟਿੰਗ ਚੋਰੀ ਹੋਣ ਤੋਂ ਬਾਅਦ ਹੀ ਮਸ਼ਹੂਰ ਹੋਈ ਸੀ। ਪੇਂਟਿੰਗ ਨੂੰ ਪੈਰਿਸ ਦੇ ਮਿਊਜ਼ੀਅਮ ਵਿੱਚੋਂ ਚੋਰੀ ਕਰ ਲਿਆ ਗਿਆ ਸੀ ਤੇ ਦੁਨੀਆ ਦੇ ਸਭ ਤੋਂ ਵੱਡੇ ਮਿਊਜ਼ੀਅਮ ਵਿੱਚੋਂ ਪੇਂਟਿੰਗ ਨੂੰ ਚੋਰੀ ਕਰਨਾ ਇੱਕ ਬਹੁਤ ਵੱਡੀ ਗੱਲ ਹੈ ਤੇ ਇਸ ਤੋਂ ਵੱਡੀ ਗੱਲ ਇਹ ਸੀ ਕਿ ਇਸ ਨੂੰ ਚੋਰੀ ਕਰਨ ਦਾ ਇਲਜ਼ਾਮ ਇੱਕ ਹੋਰ ਮਹਾਨ ਪੇਂਟਰ ਤੇ ਲਗਾਇਆ ਗਿਆ ਸੀ ਜਿਨ੍ਹਾਂ ਦਾ ਨਾਮ ਸੀ ਪਾਬਲੋ ਪਿਕਾਸੋ। ਪਰ ਬਾਅਦ ਵਿੱਚ ਬਹੁਤ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਹਨਾਂ ਨੇ ਇਸ ਪੇਂਟਿੰਗ ਨੂੰ ਚੋਰੀ ਨਹੀਂ ਕੀਤਾ ਸੀ। ਦਰਅਸਲ ਇਸ ਪੇਂਟਿੰਗ ਨੂੰ ਉੱਥੇ ਦੇ ਇੱਕ ਕੰਮ ਕਰਨ ਵਾਲੇ ਇਨਸਾਨ ਨੇ ਚੋਰੀ ਕੀਤਾ ਸੀ। ਸੋ ਇਸ ਤਰ੍ਹਾਂ दा विंची ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਹਾਨ ਕੰਮ ਕੀਤੇ। ਉਹ ਇੱਕ ਅੱਛੇ ਪੇਂਟਰ ਤਾਂ ਸੀ ਪਰ ਉਹਨਾਂ ਨੇ ਬਹੁਤ ਸਾਰੀਆਂ ਇਦਾਂ ਦੀਆਂ ਖੋਜਾਂ ਕੀਤੀਆਂ ਜਿਹੜੀਆਂ ਕਿ ਸੱਚਮੁੱਚ ਦੇ ਵਿੱਚ ਹੈਰਾਨ ਕਰਨ ਵਾਲੀਆਂ ਨੇ, ਜਿਨ੍ਹਾਂ ਦੇ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ, ਜਿਨ੍ਹਾਂ ਨੂੰ ਅਸੀਂ ਆਪਣੇ ਅੱਖਾਂ ਦੇ ਸਾਹਮਣੇ ਕਦੇ ਦੇਖਿਆ ਹੀ ਨਹੀਂ। ਉਸ ਚੀਜ਼ ਦਾ ਚਿੱਤਰ ਪਹਿਲਾਂ ਹੀ ਬਣਾ ਦੇਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ। ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਔਰ दा विंची ਦੇ ਬਾਰੇ ਜਾਣ ਕੇ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ। ਸੋ ਇਸ ਦੇ ਬਾਰੇ ਆਪਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਾਂਗੇ, ਮੋਨਾਲੀਸਾ ਦੀ ਪੇਂਟਿੰਗ ਦੇ ਬਾਰੇ ਵੀ ਗੱਲਾਂ ਕਰਾਂਗੇ ਪਰ ਅਸੀਂ ਅਗਲੇ ਐਪੀਸੋਡ ਦੇ ਵਿੱਚ। ਤੇ ਹੁਣ ਮੈਨੂੰ ਲੱਗਦਾ ਹੈ ਕਿ ਮੈਨੂੰ ਜਾਣਾ ਚਾਹੀਦਾ ਕਿਉਂਕਿ ਟਾਈਮ ਹੋ ਚੁੱਕਿਆ ਹੈ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਹੋਵੇਗੀ ਤੁਹਾਡੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ। ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।
ਨੂੰ